ਕੋਵਿਡ ਮਹਾਮਾਰੀ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਹੋਇਆ ਵਾਧਾ। ਕੈਨੇਡਾ ਦੇ ਕਈ ਸ਼ਹਿਰਾਂ ਤੋਂ ਆਈਆਂ ਘਰੇਲੂ ਹਿੰਸਾ ਮਾਮਲੇ ਵਧਣ ਦੀਆਂ ਸ਼ਿਕਾਇਤਾਂ। ਜਦੋਂ ਵੀ ਕੋਈ ਕੁਦਰਤੀ ਆਫਤ ਜਾਂ ਤਰਾਸਦੀ ਆਉਂਦੀ ਹੈ ਤਾਂ ਘਰੇਲੂ ਹਿੰਸਾ ਦੇ ਮਾਮਲੇ ਬਹੁਤ ਵੱਧ ਜਾਂਦੇ ਨੇ। ਕਈ ਸ਼ਹਿਰਾਂ ਦੀ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੋਇਆ ਹੈ। ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਵੀ ਕਈ ਲੋਕਾਂ ਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ, ਜਿਸ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਲਈ ਪਨਾਹਗਾਹ ਵੀ ਉਪਲਬਧ ਕਰਵਾਈਆਂ। ਇਸ ਮਾਮਲੇ ਦੇ ਵਧਣ ਦੇ ਕਾਰਨ ਕੀ ਨੇ, ਇਸ ਸੰਬੰਧੀ ਗੱਲਬਾਤ ਕੀਤੀ MLA ਰਚਨਾ ਸਿੰਘ ਦੇ ਨਾਲ। ਜੀ ਬਿਲਕੁਲ, ਇਸ ਗੱਲ ਦੀ ਬਹੁਤ ਜ਼ਿਆਦਾ ਖਦਸ਼ਾ ਸੀਗਾ ਜਿਹੜੇ ਕਿ all the counselors who were working in this field, ਸਰਕਾਰਾਂ ਨੂੰ ਵੀ ਕਾਫੀ ਜ਼ਿਆਦਾ ਜਦੋਂ ਇਹ ਪੈਂਡੈਮਿਕ ਸ਼ੁਰੂ ਹੋਇਆ ਸੀਗਾ, and we have seen the correlation ਜਦ ਵੀ ਕੋਈ ਕ੍ਰਾਈਸਿਸ ਹੁੰਦਾ ਹੈ ਤੇ that results in increase in domestic violence. And ਉਹੀ ਹੋਇਆ when we look at the statistics, we have seen that ਬਹੁਤ ਜ਼ਿਆਦਾ anxiety ਹੈ ਲੋਕਾਂ ਦੇ ਵਿੱਚ, and especially people who were already victims of domestic violence, ਜਿਨ੍ਹਾਂ ਲਈ ਘਰ ਇੱਕ safe place ਹੋਣਾ ਚਾਹੀਦਾ ਸੀਗਾ। ਤੇ ਜਿਹੜਾ perpetrator ਹੈ, if that person is at home as well, ਤੇ probability of increased domestic violence ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਔਰ ਉਹ ਸਾਨੂੰ ਦੇਖਣ ਵਿੱਚ ਮਿਲਿਆ, and BC was not left behind. We could see that Premier Horgan was very cognizant of this fact very early on. So was the Parliamentary Secretary, ਜਿਹੜੀ Gender Equity ਦੀ ਮਿਟਸੀ ਟੀਨ ਹੈਗੀ ਹੈ, ਉਹਨੇ ਕਾਫੀ ਜ਼ਿਆਦਾ ਇਹਦੇ ਬਾਰੇ ਬਹੁਤ ਦੇਰ ਪਹਿਲਾਂ ਹੀ ਇਸ ਬਾਰੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ। So to put in the more resources for people who are fleeing domestic violence, ਇੱਕ ਤਾਂ ਹੈ ਕਿ ਉਹਨਾਂ ਨੂੰ ਰਾਈਟ ਜਾਣਕਾਰੀ, ਰਾਈਟ ਇਨਫੋਰਮੇਸ਼ਨ ਪਲੱਸ ਰਾਈਟ ਰਿਸੋਰਸਿਸ ਉਹਨਾਂ ਨੂੰ ਠੀਕ ਟਾਈਮ ਤੇ ਮਿਲਣ। ਇੱਕ ਅਦਾਰਾ ਹੈਗਾ ਵਿਕਟਿਮ ਲਿੰਕ, ਜਿਹੜੀ ਕਿ 24 ਘੰਟੇ ਦੀ ਸਰਵਿਸ ਹੈਗੀ ਹੈ, ਜਿਹੜੀ ਪਹਿਲਾਂ ਤੋਂ ਹੀ ਆਪਰੇਟ ਕਰ ਰਹੀ ਸੀਗੀ BC ਵਿੱਚ। ਉਹਦੀ ਫੰਡਿੰਗ ਜ਼ਿਆਦਾ ਵਧਾਈ ਗਈ ਹੈ, ਉਹਦਾ ਐਕਸੈਸ ਜ਼ਿਆਦਾ ਵਧਾਇਆ ਗਿਆ ਉਹਨਾਂ ਨੂੰ, ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਣ। ਔਰ ਇੱਕ ਐਵੇਂ ਦੀ ਸਰਵਿਸ ਹੈਗੀ ਹੈ, ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਕਿ ਮਲਟੀਪਲ ਲੈਂਗੁਏਜਸ ਵਿੱਚ ਹੈ। ਅਸੀਂ ਜਾਣਦੇ ਹਾਂ ਕਿ BC ਬਹੁਤ ਹੀ ਡਾਇਵਰਸ ਪ੍ਰੋਵਿੰਸ ਹੈ, ਉਹਦੇ ਵਿੱਚ ਲੋਕੀ ਕਈ ਵਾਰ ਅੰਗਰੇਜ਼ੀ ਵਿੱਚ ਗੱਲ ਕਰਨੀ ਕੰਫਰਟੇਬਲ ਨਹੀਂ ਹੁੰਦੇ, ਸਪੈਸ਼ਲੀ ਜਦ ਇੰਨਾ ਪਰਸਨਲ ਇਸ਼ੂ ਹੋਵੇ ਤੁਹਾਡਾ। ਤੇ ਇਹ ਸਰਵਿਸ 24 ਘੰਟੇ ਅਵੇਲੇਬਲ ਹੈਗੀ ਹੈ, ਔਰ ਮੈਂ ਆਈ ਕੈਨ ਵਾਊਚ ਫॉर ਦਿਸ ਸਰਵਿਸ ਬਿਕੋਜ਼ ਮੈਂ ਐਸੀ ਅਦਾਰੇ ਵਿੱਚ ਕੰਮ ਕਰਦੀ ਸੀਗੀ 10 ਸਾਲ ਤੱਕ। ਐਂਡ ਆਲਸੋ ਕਈ ਵਾਰ ਤਾਂ ਤੁਹਾਨੂੰ ਸਿਰਫ ਜਾਣਕਾਰੀ ਲੈਣ ਦੀ ਲੋੜ ਹੈਗੀ ਹੈ, ਰਿਸੋਰਸਿਸ ਲੈਣ ਦੀ ਲੋੜ ਹੈ, ਕਾਉਂਸਲਿੰਗ ਸਰਵਿਸਿਜ਼ ਕਿੱਥੇ ਅਵੇਲੇਬਲ ਹੈਗੀਆਂ। ਐਂਡ ਆਈ ਕੈਨ ਸੇ ਫॉर ਸਰੀ, ਜਿਹੜੇ 2 organizations which are doing amazing work to fight domestic violence. One is Surrey Women's Centre, another is Diversity. ਮੈਂ ਉਹਨਾਂ ਅਦਾਰਿਆਂ ਦਾ ਬਹੁਤ ਜ਼ਿਆਦਾ ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਕਿ the kind of work they are doing, especially in this pandemic, to provide resources, provide counseling and ਜਿਹੜੀ safety initiatives ਹੈ to the victims of violence. ਥੋੜੀ ਜਿਹੀ ਇਨਫੋਰਮੇਸ਼ਨ ਅੱਗੇ ਕਿ ਜਿਹੜੇ ਕ੍ਰਾਈਸਿਸ ਲਾਈਨਸ ਹੈ ਉਹ ਕਹਿ ਰਹੇ ਕਿ ਸਾਡੇ ਕਾਲਸ ਡਾਊਨ ਨੇ, ਸੋ ਇਹਦਾ ਇਹ ਮਤਲਬ ਵੀ ਜਿਹੜੇ ਪੈਂਡੈਮਿਕ ਆ ਇਹਦੇ ਕਰਕੇ ਵਾਇਲੈਂਸ ਸਟਾਪ ਹੋ ਗਿਆ ਆ, ਔਰ ਹੈਜ਼ ਇਟ ਜਸਟ ਕਾਜ਼ ਸਾਇਲੈਂਸ? I really have to see that. I won't say that ਜਿਹੜਾ domestic violence ਹੈਗਾ ਉਹ ਘਟਿਆ ਹੈ। ਜਿਹੜੇ statistics ਅਸੀਂ ਦੇਖ ਰਹੇ ਹੈਗੇ ਆ, domestic violence definitely ਵਧਿਆ। ਜਿੰਨੀ ਮੇਰੀ ਗੱਲਬਾਤ ਹੋਈ ਹੈ with the Surrey Women's Centre or with the people at Diversity, they have been saying ਕਿ ਬਹੁਤ ਜ਼ਿਆਦਾ increase ਹੈਗੀ ਹੈ, rather than the work slowing down during this pandemic, the work has increased. Maybe ਲੋਕਾਂ ਨੇ different ਤਰੀਕੇ ਲੱਭ ਲਏ ਹੈਗੇ ਹੈ to reach out to those services, ਜਾਂ ਜਿਹੜੀਆਂ ਉਹ services ਹੈਗੀਆਂ ਜਿਹੜੀਆਂ direct services ਦੇ ਰਹੀਆਂ, the frontline workers are reaching out to those people in a much efficient way. ਕਿ ਲੋਕੀ ਕ੍ਰਾਈਸਿਸ ਲਾਈਨਸ ਦੇ ਥਰੂ ਨਹੀਂ ਜਾ ਰਹੇ, that might be a possibility. ਪਰ ਜਿੰਨਾ ਕੁ ਮੈਂ ਸੁਣਨ ਚ ਆਇਆ ਮੈਨੂੰ ਕਿ domestic violence is on the rise and there are more resources also available. ਜਿਹੜੇ shelters ਆ, have any of them been closed or reduced capacity? ਉਹ ਵੀ ਕੋਈ issue ਹੈਗਾ ਆ? It has been exactly the opposite. The shelters, ਉਹਨਾਂ ਦੀ space ਵਧਾਈ ਗਈ ਹੈ। ਅਸੀਂ ਜਾਣਦੇ ਹਾਂ, ਅਸੀਂ ਬਾਰ-ਬਾਰ ਜਦੋਂ ਤੋਂ ਪੈਂਡੈਮਿਕ ਸ਼ੁਰੂ ਹੋਇਆ, we have been asking people to stay at home because home is the safe place for you. Unfortunately, ਇੱਕ ਐਵੇਂ ਦੀ population ਹੈਗੀ ਹੈ ਜਿਨ੍ਹਾਂ ਲਈ ਘਰ safe place ਨਹੀਂ ਹੈਗਾ, ਔਰ especially ਇਸ ਪੈਂਡੈਮਿਕ ਦੇ ਦੌਰਾਨ ਹੋਰ ਵੀ ਜ਼ਿਆਦਾ ਉਹਨਾਂ ਲਈ ਔਖਾ ਹੋ ਗਿਆ ਉਸ ਘਰ ਵਿੱਚ ਰਹਿਣਾ। ਇੱਕ it can be a woman, her children, when the perpetrator, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਜੇ perpetrator ਜਿਹੜਾ violence ਦਾ already ਘਰ ਵਿੱਚ ਹੈਗਾ,
ਤੇ ਵਾਇਲੈਂਸ ਦੀ ਪ੍ਰੋਬੇਬਿਲਿਟੀ ਜ਼ਿਆਦਾ ਵੱਧ ਜਾਏਗੀ। ਤੇ ਇਸ ਕਰਕੇ ਸਰਕਾਰ ਨੇ 300 ਨਵੀਆਂ ਸਪੇਸਿਸ ਸ਼ੁਰੂ ਮਤਲਬ ਹੋਰ ਐਲਾਨੀਆਂ in the last few weeks। ਜਿਹੜੇ ਟ੍ਰਾਂਜੀਸ਼ਨ ਹਾਊਸਿਸ ਸੀਗੇ ਉਹਨਾਂ ਦੀ ਕੈਪੈਸਿਟੀ ਹੋਰ ਜ਼ਿਆਦਾ ਵਧਾਈ ਗਈ ਹੈ ਤਾਂ ਕਿ ਕੋਈ ਵੀ ਔਰਤ, ਕੋਈ ਵੀ ਬੰਦਾ, any individual who is facing domestic violence, ਉਹਦੀ ਸੇਫਟੀ ਕੰਪਰੋਮਾਈਜ਼ ਨਾ ਹੋਵੇ just because ਉਹਦੇ ਕੋਲ ਇੱਕ ਸੇਫ ਪਲੇਸ ਜਾਣ ਦੀ ਜਗ੍ਹਾ ਨਹੀਂ ਹੈਗੀ ਹੈ। ਜੇ ਸ਼ੈਲਟਰਸ ਨੂੰ ਇੱਕ ਐਸੈਂਸ਼ੀਅਲ ਸਰਵਿਸਿਜ਼ ਡੀਮ ਕੀਤਾ ਗਿਆ ਆ ਤੇ any funds pledged by the government to assist shelters or sexual assault centers at all? Yes, that has been. There has been extra funding given to those, whether those are shelters, whether those are the counselling organizations. क्योंकि different pandemic ने बहुत नवे तरीके दे challenges create किते। बहुत ज़्यादा ऑनलाइन वर्क हो रहा सीगा जिहदे लई टैक्नोलॉजिकल हेल्प की लोड़ सीगी। ज़्यादा जिहड़ी फंडिंग सीगी ज़्यादा जल्दी, क्योंकि दिस वाज द ईयर एंड, जल्दी तो जल्दी कोशिश की गई कि फंडिंग अवेलेबल होवे उन्हां सेंटर्स लई कि कोई भी काम उन्हां दा जिहड़ा ऑलरेडी दे हैव बीन कंटिन्यूइंग वो ना घटे। ਅਸੀਂ ਜਾਣਦੇ ਹਾਂ ਕਿ ਫੈਡਰਲ ਸਰਕਾਰ ਨੇ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਪਾਇਆ। ਅਰਾਊਂਡ $350 million they assigned just for these kind of services. So did the provincial government. ਉਹਨਾਂ ਨੇ ਇੱਕ ਫੰਡਿੰਗ ਐਲਾਨੀ ਸੀਗੀ ਜਿਹੜੀ ਕਿ ਸਿਰਫ ਇਹਨਾਂ ਰਿਸੋਰਸਿਸ ਲਈ ਜਾ ਰਹੀ ਹੈ, whether those are in counselling services, whether those are outreach services, ਔਰ ਜਿਹੜੇ ਸੇਫ ਸ਼ੈਲਟਰ ਦੀਆਂ ਜਿਹੜੀਆਂ ਟ੍ਰਾਂਜੀਸ਼ਨ ਹਾਊਸਿਸ ਵਰਗੇ ਅਦਾਰੇ ਹੈਗੇ। ਸੋ every place I think ਕਿ ਉਹਨਾਂ ਦੀ ਕੈਪੈਸਿਟੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਾਂ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਇੰਨੇ ਜ਼ਿਆਦਾ I would say ਕਿ ਗੰਭੀਰ ਇਸ਼ੂ ਹੈ ਉਹਨੂੰ ਐਡਰੈਸ ਕੀਤਾ ਜਾ ਸਕੇ। And in the last, Rachna ji, ਜੇ ਕਿਸੇ ਔਰਤ ਨੂੰ ਜਾਂ some cases men ਨੂੰ assistance ਦੀ ਲੋੜ ਹੋਵੇ, what's the best place for them to first reach out to? I would say ਜੇ ਤਾਂ ਉਹਨਾਂ ਨੂੰ ਆਪਣੇ ਲੋਕਲ ਆਰਗੇਨਾਈਜੇਸ਼ਨਸ ਦਾ ਪਤਾ ਹੈਗਾ, nothing like it, call them. But ਜਿਹੜਾ ਨੰਬਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਵਿਕਟਿਮ ਲਿੰਕ ਜਿਹੜਾ ਹੈਗਾ 1-800-563-0808, ਇਹ ਨੰਬਰ 24 ਘੰਟੇ ਅਵੇਲੇਬਲ ਹੈਗਾ। ਤੁਸੀਂ 24 ਘੰਟੇ you won't get a recording, you will get to talk to a live person ਤੇ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ। ਜੇ ਉੱਥੇ ਕੋਈ ਪੰਜਾਬੀ ਹਿੰਦੀ ਬੋਲਣ ਵਾਲਾ ਬੰਦਾ ਨਹੀਂ available ਹੈਗਾ, they will make arrangement for the interpretation services। 24 ਘੰਟੇ ਇਹ ਸਰਵਿਸ ਅਵੇਲੇਬਲ ਹੈਗੀ ਹੈ ਔਰ ਇਸ ਸਰਵਿਸ ਨੂੰ ਵੀ ਐਕਸਪੈਂਡ ਕੀਤਾ ਗਿਆ ਹੈ by province of BC। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।